सलामत रहे चाकू नाल अपने अब्बू दे लक ते लिखन दे ते ਇਹਦਾ ਇਹਨਾਂ ਨੇ ਵੱਲ ਸਾਹਿਬ ਦੀ ਗੱਲ ਕੀਤੀ ਹੈ ਤੁਹਾਨੂੰ ਪਤਾ ਫਿਰ ਹਾਂ 5 ਵਜੇ ਸ਼ਾਮ ਦੇ ਇੱਟਾਂ ਫੜ ਕੇ ਰੋੜੇ ਫੜ ਕੇ ਕੰਧਾਂ ਦੇ ਉੱਤੇ ਖਲੋਤੇ ਸਾਰੇ ਭਰਾ। ਮੈਂ ਕਿਹਾ ਕੀ ਹੋਇਆ? ਕਹਿੰਦਾ ਆਉਣ ਵਾਲਾ ਕੰਮ ਤੋਂ। इन्हां दे अब्बू बहुत सख्त बीमार ये दवा दव मोटरसाइकिल ते लैके आया। वो समझा मैनू हस्पताल लैके चला ते ओनू काम ते छड्ड आया। ਮੁਦੱਸਰ ਭਾਈ ਨੂੰ ਇੱਕ ਬੰਦੇ ਨੇ ਕਿਹਾ ਤੇਰੀ ਕੁਆਲੀਫਿਕੇਸ਼ਨ ਕੀ ਹੈ? ਕਹਿੰਦਾ 8 ਤੋਂ 4 ਆ ਜੀ। ਕੀ ਆ? ਇੱਕ ਬੰਦੇ ਨੇ ਕਿਹਾ ਨਹੀਂ ਕੀ ਤੇਰੀ ਕੀ ਆ? ਮੁਦੱਸਰ ਭਾਈ ਨੂੰ ਕਿਸੇ ਨੇ ਕਿਹਾ ਤੇਰੀ ਕੁਆਲੀਫਿਕੇਸ਼ਨ ਕੀ ਹੈ? ਕੁਆਲੀਫਿਕੇਸ਼ਨ। ਇੱਕ ਜਗ੍ਹਾ ਤੇ ਭਾਈ ਕੁੱਤਿਆਂ ਦੀ ਦੌੜ ਐਵੇਂ ਜਾ ਕੇ ਉੱਥੇ ਆਪਣੀ ਪਿੰਨੀਆਂ ਨੂੰ ਤੇਲ ਲਾਈ ਜਾਵੇ। ਯਾਰ ਲੈ ਜਾ ਪੂਰਾ। अब्बास भाई ना एडा कमजोर आ पुलिस च लग गया ते इनू वड्डे अफसरां ने कहा तू 5 साल रिश्वत खा। ਕੁੱਤਿਆਂ ਦੀ ਲੜਾਈ 'ਚ ਚਲ ਗਏ। ਉੱਥੇ ਆਪਣਾ ਕੁੱਤਾ ਲੈ ਕੇ ਗਿਆ। ਉੱਥੇ ਜਾ ਕੇ ਜਦੋਂ ਦੇਖਿਆ ਉਹਨਾਂ ਦੇ ਕੁੱਤੇ ਬੜੇ ਤਕੜੇ ਸੀ ਤੇ ਆਪਣੇ ਕੁੱਤੇ ਨੂੰ ਕਹਿੰਦੇ ਤੂੰ ਹੁਣ ਸਾਈਡ ਤੇ ਹੋ ਜਾ, ਮੈਨੂੰ ਹੀ ਲੜਨਾ ਪੈਣਾ ਇੱਥੇ। ਇਹਨੇ ਇੰਨੀ ਪੀਂਗ ਝੂਟੀ ਉਹ ਧੂਆਂ ਮਾਰਨ ਲੱਗ ਪਈ। ਕੁੱਤੇ ਇਹਨੇ ਰੱਖ ਵੀ ਲੈ। ਕੁੱਤਾ ਰੱਖਿਆ ਉਹਨੂੰ ਫਰਾਂ ਤਰਾਂ ਲਈ ਲੈ ਕੇ ਗਿਆ, ਐਡੀ ਦੂਰ ਲੈ ਗਿਆ, ਉਹ ਭੁੱਖ ਨਾਲ ਇਹਨੂੰ ਹੀ ਪੈ ਗਿਆ। ਦੱਸਰ ਭਾਈ ਨੇ ਅੱਗੇ ਜੇਲ੍ਹ ਦੀ ਕੀਤੀ ਸੀ, ਇਹ ਵੀ ਜੇਲਰ ਲੱਗ ਗਿਆ। ਇੱਕ ਕੈਦੀ ਕਹਿੰਦਾ 20 ਰੁਪਏ ਦੀਆਂ ਸਿਗਰਟਾਂ ਲਿਆਦੀ ਤੇ ਉਹਨੂੰ ਕਹਿੰਦਾ ਮੈਂ ਡਿਊਟੀ ਤੇ ਆ, ਜਾ ਆਪ ਲੈ ਆ। ਉਹਨੂੰ ਛੱਡਤਾ ਤੇ ਬਾਅਦ ਚੋਂ ਗੱਡੀ ਤੇ ਆਪ ਲੱਭਦਾ ਫਿਰੇ ਉਹਨੂੰ। ਸਲਮਾਨ ਭਾਈ ਨੂੰ ਇਹ ਭੈਣ ਤੁਹਾਡਾ ਨਾਂ ਸਲਮਾਨ। ਇੱਧਰ ਵੀ ਸਲਮਾਨ ਭਾਈ ਨੂੰ ਫਾਂਸੀ ਦੀ ਸਜ਼ਾ ਹੋ ਗਈ। ਉਹਨਾਂ ਨੇ ਪੁੱਛਿਆ ਤੇਰੀ ਆਖਰੀ ਖਵਾਹਿਸ਼ ਕੀ ਹੈ ਤੇ ਕਹਿੰਦਾ ਮੇਰਾ ਫੰਦਾ ਪਿੰਕ ਕਲਰ ਦਾ ਹੋਣਾ ਚਾਹੀਦਾ। ਇਹ ਭਾਈਜਾਨ ਵੀ ਇੱਕ ਜਗ੍ਹਾ ਤੋਂ ਪਾਣ ਲੈਣ ਚਲੇ ਗਏ ਤੇ ਮੋਟਰਸਾਈਕਲ ਲਾਈ ਨਾ ਤੇ ਜਦੋਂ ਵਾਪਸ ਆਇਆ ਤੇ ਆਲੇ ਦੁਆਲੇ ਮੋਟਰਸਾਈਕਲਾਂ ਲੱਗ ਗਈਆਂ ਤੇ ਐ ਦੇਖੀ ਜਾਵੇ। ਮੈਂ ਕਿਹਾ ਭਾਈ ਕੀ ਹੋਇਆ? ਕਹਿੰਦਾ ਯਾਰ ਸਨੋਕ ਲੱਗ ਗਿਆ। ਸਲਮਾਨ ਭਾਈ ਦਾ ਵਲੀਮਾ ਤੇ ਕਸਟਰ ਦੇ ਪੈਸੇ ਨਹੀਂ ਆਏ ਤੇ ਕੜੀ ਚ ਮੁਰੱਬੇ ਸੁੱਟਤੇ। ਆ ਵੀ ਭਾਈ 302 ਚ ਅੰਦਰ ਹੋ ਗਿਆ। ਉਹ ਕਹਿੰਦੇ ਤੇਰੀ ਆਖਰਲੀ ਖਵਾਇਸ਼। ਕਹਿੰਦਾ ਨਜਾਇਜ਼ ਬੰਦੇ ਤੇ ਸਾਰਾ ਕੁਝ ਪਾਤਾ, ਇਹ ਹੁਣ ਕੀ ਫਾਇਦਾ ਖਵਾਇਸ਼ ਪੁੱਛਣ ਦਾ। ਯਾਰ ਇਹਦੀ ਕਿਹੜੀ ਜੁਗਤ ਹੁੰਦੀ ਹੈ? ਇਹ ਕੋਈ ਜੁਗਤ ਨਹੀਂ ਹੁੰਦੀ, ਖੁਦਾ ਦੀ ਕਸਮ। ਇਹ ਕੋਈ ਵਾਕਿਆ ਜਿਹਾ ਹੀ ਸੁਣਾ ਦਿੰਦਾ ਹੈ। ਆ ਭਾਈ ਵੀ ਮੋਟਰਸਾਈਕਲ ਤੇ ਜਾਂਦੇ ਆ, ਇੱਕ ਬੰਦਾ ਕਹਿੰਦਾ ਸਟੈਂਡ ਚੱਕ ਲਈ ਤੇ ਉਹਨੂੰ ਕਹਿੰਦਾ ਕਿੱਥੇ ਪਿਆ ਆ। ਇਹ ਵੀ ਭਾਈ ਮੋਟਰਸਾਈਕਲ ਤੇ ਜਾਣ ਡਿਆ ਤੇ ਅੱਗੇ ਰਸਤਾ ਨਹੀਂ ਸੀ ਮਿਲ ਰਿਹਾ। ਇੱਕ ਬੰਦਾ ਕਹਿੰਦਾ ਹਾਰਨ ਦੇ ਤੇ ਪੇਜ ਕਿਸੇ ਨਾਲ ਖੋਲਣ ਲੱਗ ਪਿਆ। ਉਹ ਜਾ ਕੇ ਦੇ ਰਿਹਾ ਚੱਲ ਹਾਰਨ ਮੈਨੂੰ ਰਸਤਾ ਦੇ। ਆ ਭਾਈ ਨੇ ਵੀ 125 ਲਿਆ ਤੇ ਇੰਨੀ ਤੇਜ਼ ਜਾਂਦੇ ਆ ਪਿੱਛੋਂ ਲੱਤਾਂ ਸਿੱਧੀਆਂ ਹੋ ਗਈਆਂ। ਯਾਰ ਇਹ ਕਿਹੜੀ ਇਹਨੇ ਵੀ 125 ਲਿਆ ਤੇ ਚਲਾਉਣ ਤੋਂ ਪਹਿਲੇ ਤਸਮਾ ਇੱਕ ਕਿੱਕ ਨਾਲ ਬੰਨ ਲਿਆ, ਕਹਿੰਦਾ ਉੱਡ ਨਾ ਜਾਵਾਂ। ਆ ਭਾਈ ਨੇ ਵੀ ਨਵੀਂ ਗੱਡੀ ਲਈ, ਹਜੇ 2 ਦਿਨ ਹੋਏ, ਛਾਪਰ ਵੀ ਨਹੀਂ ਉਤਰੇ। ਇੱਕ ਬੰਦਾ ਕਹਿੰਦਾ ਚਾਬੀ ਦੇਈ, ਕਹਿੰਦਾ ਨਹੀਂ ਯਾਰ ਇਹਦੀ ਚੈਨ ਉਤਰਦੀ ਹੈ। ਇਹ ਭਾਈ ਕਵਾਲ ਦੇ ਪਿੱਛੇ ਤਾਲੀਆਂ ਵਜਾਉਂਦਾ ਹੁੰਦਾ ਸੀ, ਉਹਨੇ ਕੱਢਤਾ ਇਹ ਸੀਟੀਆਂ ਵੀ ਵਜਾਉਣ ਲੱਗ ਪਿਆ ਸੀ ਵਿੱਚ ਵਿੱਚ। ਇਹ ਵੀ ਐਨੇ ਕਰਕੇ ਆ ਭਾਈ ਗਲੀ 'ਚ ਗਾਣਾ ਗਾਉਂਦੇ ਆ, ਨਹੀਂ ਮੈਂ ਜਾਣਾ ਖੇਰਿਆਂ ਦੇ ਨਾਲ। ਇੱਕ ਮਾਈ ਬਾਹਰ ਨਿਕਲ ਕਹਿੰਦੀ ਉਹਨੂੰ ਪੁੱਛ ਲਾ ਉਹਨੇ ਜਾਣਾ ਵੀ ਆ ਕਿ ਨਹੀਂ। ਯਾਰ ਆ ਮੁਦੱਸਰ ਭਾਈ ਕੱਪੜੇ ਕੁੱਪੜੇ ਪਾ ਕੇ ਡਰੈਸਿੰਗ ਕਰਕੇ ਕੁੜੀਆਂ ਦੇ ਕਾਲਜ ਅੱਗੇ ਖਲੋਤੇ। ਇੱਕ ਬੰਦਾ ਇਹਨੂੰ ਯਾਦ ਕਰਾ ਗਿਆ ਅੱਜ ਤਵਾਰ ਹੈ ਜ਼ਾਇਆ ਹੋ ਲਾਲਟੈਨ 'ਚ ਮਿਲਕ ਸ਼ੇਕ ਬਣਾਇਆ। ਬਾਹਰ ਦੇ ਮੁਲਕ ਚਲੇ ਗਿਆ ਯੂਰਪ। ਉੱਥੇ ਇੱਕ ਅੰਨੇ ਅੰਗਰੇਜ਼ ਨੂੰ ਕਹੀ ਜਾਂਦੇ ਆਜੋ ਹਾਫਿਜ਼ ਜੀ ਮੈਂ ਸੜਕ ਪਾਰ ਕਰਾ ਦਾਂ। बाहर दे मुल्क चले गया तो उत्थे एक अंग्रेज दे घर मुंडा हो गया तो उन्होंने कहंदे ਇਹਦਾ ਨਾਂ ਇਸ਼ਤਿਆਕ ਰੱਖ ਲਾ। ਐਵੇਂ ਉਹਨਾਂ 'ਚ ਨਵੀਆਂ ਹੀ ਰਸਮਾਂ ਕੱਢਣ ਦਿਆ, ਉੱਥੇ ਬਦਾਨਾ ਵੰਡਣ ਦਿਆ। ਨਾਲ ਸਾਇੰਸਦਾਨ ਸੀ ਤੇ ਫਿਰ ਸਾਰੇ ਭਾਈ ਚੰਦ 'ਚ ਚੱਲੇ ਸਾਇੰਸਦਾਨ। ਹਾਂਜੀ ਅੱਛਾ ਤੇ ਉਹਨਾਂ ਨੂੰ ਕਹਿੰਦੇ ਆ ਲਾਹੌਰ ਵੱਲੋਂ ਦੀ ਜਾਣ ਦਿਓ, ਸਲਾਮ ਕਰਕੇ ਜਾਣਾ ਜ਼ਰਾ। ਸਾਇੰਸਦਾਨ ਉੱਥੇ ਧਮਾਲਾਂ ਪਾਉਂਦੇ, ਮੱਥੇ ਤੇ ਰੁਮਾਲ ਬੰਨਿਆ। ਸਾਇੰਸਦਾਨਾਂ ਨੇ ਲੰਗਰ ਵਾਲੀ ਲਾਈਨ 'ਚ ਲੱਗੇ। ਹਾਂਜੀ ਭਰ ਭਰ ਕੇ ਸੰਗ ਖਰਨ ਦੇ ਆ ਚੰਦ ਤੇ ਸਾਇੰਸਦਾਨਾਂ ਦੇ।
ਸੈਂਸਦਾਨਾਂ ਨੇ ਵੱਡੇ ਵੱਡੇ ਚਾਪਰ ਚੌਲਾਂ ਦੇ ਭਰੇ ਭਰੇ ਤੇ ਸ਼ਟਲ 'ਚ ਲੈ ਲੈ ਕੇ ਵੜ ਰਹੇ ਨੇ ਸਿਆਰਿਆਂ ਤੇ ਲੰਗਰ ਜਾ ਰਿਹਾ ਉੱਤੇ। ਤੇ ਚੌਲਾਂ ਦੇ ਭਾਰ ਦਾ ਹੀ ਥੱਲੇ ਆ ਗਿਆ ਉਹ। ਚੰਗੇ ਭਲੇ ਸਾਇੰਸਦਾਨ ਸੀ, ਬਾਹਾਂ 'ਚ ਕੜੇ ਪਾ ਕੇ ਫਿਰਨ ਦੇ। ਅੱਛਾ ਸਾਇੰਸਦਾਨ ਸੀ। ਮੈਂ ਕਿਹਾ ਤੂੰ ਨਹੀਂ ਕੋਈ ਤਜਰਬਾ ਆਜ਼ਾਦ ਕੀਤਾ? ਕਹਿੰਦਾ ਯਾਰ ਮੈਂ ਬੱਚੇ ਭਰਾ ਲਏ, ਇੰਨਾ ਥੋੜਾ ਹੈ। ਕਹਿੰਦਾ ਭਾਈ ਅਸੀਂ ਬੱਚੇ ਪੜਾ ਲਏ। ਸਾਰੇ ਸਾਇੰਸਦਾਨ ਕੋਈ ਤਜਰਬਾ ਕਰਨ ਦਿਆ। ਮੈਂ ਕਿਹਾ ਤੂੰ ਨਹੀਂ ਕੋਈ ਕਰਨ ਡਿਆ? ਕਹਿੰਦਾ ਮੇਰਾ ਕਿਹੜਾ ਇਹਨਾਂ ਨੇ ਮੰਨ ਲੈਣਾ ਆ। ਸਾਇੰਸਦਾਨ, ਇਹ ਵੀ ਸਾਇੰਸਦਾਨ ਹੁੰਦਾ ਸੀ। ਦੂਸਰੇ ਸਾਇੰਸਦਾਨਾਂ ਨੇ ਇਹਨੂੰ ਕਿਹਾ ਸਾਡੇ ਨਾਲ ਚੱਲਣਾ ਹੀ ਚੰਦ ਤੇ ਕਹਿੰਦਾ ਯਾਰ ਮੈਨੂੰ ਘਰ ਦੇ ਕੰਮਾਂ ਤੋਂ ਨਹੀਂ ਟਾਈਮ ਮਿਲਦਾ। ਇਹ ਵੀ ਭਾਈ ਸਾਰੇ ਸਾਇੰਸਦਾਨਾਂ ਨੇ ਚਿੱਟਾ ਕੋਟ ਪਾਇਆ ਤਜਰਬੇ ਕਰਨ ਦੇ, ਇਹਨੇ ਪੀਲਾ ਪਾਇਆ। ਮੈਂ ਕਿਹਾ ਤੂੰ ਕਾਹਤੋਂ ਪੀਲਾ ਪਾਇਆ? ਕਹਿੰਦਾ ਮੈਂ ਵਿੱਚ ਡਾਂਸਰ ਵੀ ਆ ਨਾ। ਯਾਰ ਨੈਸ਼ ਆ ਪੂਰਾ। ਹਾਂਜੀ ਭਾਜੀ। ਇਹ ਵੀ ਸਾਇੰਸਦਾਨ ਸੀ ਤੇ ਰਕਸ਼ਾ ਉੱਤੇ ਚੜਾਉਣ ਦੀ ਕੋਸ਼ਿਸ਼ ਕਰਨ। ਆ ਭਾਈ ਨੂੰ ਮੈਂ ਕਿਹਾ ਸਾਇੰਸਦਾਨ ਬਣ ਗਿਆ, ਕੋਈ ਤਜਰਬਾ ਨਹੀਂ ਕੀਤਾ? ਕਹਿੰਦਾ ਮੈਂ ਆਹ ਚੀਨੀ ਵਾਲੇ ਬੋਰੇ ਤੋਂ ਇੱਕੋ ਦਫਾ ਹੀ ਆਇਆ, ਮੈਂ ਧਾਗਾ ਸਾਰਾ ਲਾ ਲੈਣਾ। ਆਹੋ ਵਨ ਟੱਚ ਖਿੱਚ ਲੈਣਾ ਉਹ ਵੀ ਇੱਕ ਟ੍ਰਿਕ ਹੁੰਦਾ ਬਾਬਾ ਜੀ। ਸਹੀ ਗੱਲ ਆ। ਇਹ ਵੀ ਭਾਈ ਸਾਇੰਸਦਾਨ ਸੀ ਤੇ ਰੇਤ ਬਜਰੀ ਉੱਤੇ ਲਿਜਾਣ ਦੀ ਕੋਸ਼ਿਸ਼ ਕਰਨ ਡਿਆ, ਕਹਿੰਦਾ ਚੰਦ ਪੱਕਾ ਕਰਨਾ। ਆ ਭਾਈ ਵੀ ਸਾਇੰਸਦਾਨ ਬਣ ਗਿਆ। ਮੈਂ ਕਿਹਾ ਤੂੰ ਨਹੀਂ ਕੋਈ ਤਜਰਬਾ ਕਰਨ ਡਿਆ? ਕਹਿੰਦਾ ਯਾਰ ਮੇਰੇ ਕੋਲ ਔਜ਼ਾਰ ਹੀ ਨਹੀਂ ਹੈ। ਸਾਇੰਸਦਾਨ ਹੁੰਦਾ ਸੀ ਤੇ ਘਰੋਂ ਹੀ ਨਹੀਂ ਸੀ ਨਿਕਲਦਾ, ਘਰੋਂ ਹੀ ਨਹੀਂ। ਮੈਂ ਕਿਹਾ ਘਰੋਂ ਕਾਹਤੋਂ ਨਹੀਂ ਨਿਕਲਦਾ? ਉਹ ਕਹਿੰਦਾ ਯਾਰ ਮਾਲਕ ਨਹੀਂ ਨਿਕਲਣ ਦਿੰਦੇ। ਇਹ ਵੀ ਸਾਇੰਸਦਾਨ ਹੁੰਦਾ ਸੀਗਾ, ਫਿਰ ਲੋਕਾਂ ਨੇ ਸਮਝਾਇਆ ਤੇ ਕੂੜੇਦਾਨ ਬਣ ਗਿਆ। ਓਏ ਇਹ ਵੀ ਸਾਇੰਸਦਾਨ ਹੁੰਦਾ ਸੀ ਭਾਈ। ਹੈਲੀਕਾਪਟਰ ਨੂੰ ਉਹ ਰਕਸ਼ੇ ਵਾਲੀ ਨੇ ਕਿੱਕ ਲਾਈ। ਹੈਲੀਕਾਪਟਰ। ਭਾਈ ਨੂੰ ਮੈਂ ਕਿਹਾ ਤੂੰ ਨਹੀਂ ਕੋਈ ਤਜਰਬਾ ਕੀਤਾ? ਕਹਿੰਦਾ ਮੈਂ ਕੀ ਤਜਰਬਾ ਕਰਨਾ ਆ, ਮੇਰਾ ਟਾਈਮ ਹੀ ਨਹੀਂ ਲੱਗਦਾ ਕੰਮਾਂ ਕਾਰਾਂ ਤੋਂ। ਇਹਦਾ ਸਟਾਈਲ ਪਤਾ ਕੀ ਆ? ਤੂੰ ਮੈਨੂੰ ਪੁੱਛ ਜ਼ਰਾ, ਮੈਂ ਤਾਂ ਦੱਸਦਾ। ਮੈਂ ਇਹਨੂੰ ਸਮਝ ਗਿਆ ਕਰੈਕਟਰ ਨੂੰ। ਇਹ ਸਾਇੰਸਦਾਨ ਹੁੰਦਾ ਸੀ, ਕੀ ਕੀਤਾ ਇਹਨੇ? ਇਹ ਭਾਈ ਸਾਇੰਸਦਾਨ ਸੀ। ਮੈਂ ਕਿਹਾ ਤੂੰ ਨਹੀਂ ਕੋਈ ਤਜਰਬਾ ਕੀਤਾ? ਕਹਿੰਦਾ ਮੇਰੀ ਤਬੀਅਤ ਨਹੀਂ ਸਹੀ ਰਹਿੰਦੀ। ਹੈਨਾ? ਠੀਕ ਹੈ ਸਾਇੰਸਦਾਨ ਰਹਿਣ ਦੋ। ਚੱਲ। ਲੈਮੋਦੀਨ। ਲੈਮੋਜ਼ੀਨ। ਪਹਿਲੇ ਤਾਂ ਲੈਮੋਜ਼ੀਨ ਕਿਹਨੂੰ ਕਹਿੰਦੇ ਆ? ਲੈਮੋਜ਼ੀਨ ਜੀਨ ਦੀ ਪੈਂਟ ਨੂੰ ਕਹਿੰਦੇ ਆ। ਗੱਡੀ ਨੂੰ ਕਹਿੰਦੇ ਭਾਂ ਲੈਮੋਦੀਨ। ਉਹ ਕਿੱਦਾਂ ਦੀ? ਲੰਬੀ ਜੀ ਨਹੀਂ ਜਿਹੜੀ ਹੁੰਦੀ, ਆਹੋ ਆਹੋ। ਉਹਨੂੰ ਲੈਮੋਦੀਨ ਕਹਿੰਦੇ। ਅੱਛਾ ਉਹਦੇ ਚ ਕੀ? ਆ ਭਾਈ ਨੇ ਲੈਮੋਦੀਨ ਲੈ ਲਈ, ਉਹਨੂੰ ਇੰਨਾ ਮਾਰਿਆ ਉਹ ਮਹਿਰਾਨ ਬਣ ਗਈ ਲੈਮੋਦੀਨ। ਆ ਭਾਈ ਲੈਮੋਦੀਨ ਹੀ ਖੜਕਾ ਕੇ ਕਹੀ ਜਾਵੇ ਜਾਣ ਦੋ ਕਾਜੀ। ਚੱਲ ਬਾਜੀ। ਇਹਨਾਂ ਨੇ ਲੈਮੋਜ਼ੀਨ ਲੈ ਲਈ, ਸਾਰੇ ਵਿੱਚ ਭਰਾ ਬੈਠੇ ਤੇ ਬੂਆ ਖੁੱਲਾ ਹੀ ਸੀ, ਵਿੱਚ ਗਿਰੀ ਵਾਲਾ ਵੀ ਚੜ ਗਿਆ। ਗਿਰੀ ਵਾਲਾ। ਹੱਥ ਖੂਨੋ ਖੂਨ ਹੋਇਆ। ਮੈਂ ਕਿਹਾ ਕੀ ਹੋਇਆ ਜੀ? ਕਹਿੰਦਾ ਯਾਰ ਟੁੱਟੇ ਮੋਬਾਈਲ ਤੇ ਗੇਮ ਖੇਲਦਾ ਰਿਹਾ, ਉਹ ਸ਼ੀਸ਼ੇ ਵੱਜਦੇ ਰਹੇ ਹੱਥ 'ਚ। ਸਕਰੀਨ ਟੁੱਟੀ। ਆ ਭਾਈ 2-3 ਘੰਟੇ ਟੀਵੀ ਵੇਖ ਕੇ ਤੇ ਕਹਿੰਦਾ ਓਹੋ ਮੈਂ ਤੇ ਸੋਣਾ ਸੀ। ਆ ਭਾਈ ਵੀ ਡਾਕਟਰ ਕੋ ਗਿਆ, ਇੱਕ ਮਰੀਜ਼ ਕਹਿੰਦਾ ਮੇਰੀਆਂ ਲੱਤਾਂ ਦੁਖਦੀਆਂ। ਉਹਨੂੰ ਕਹਿੰਦਾ ਲੰਮੇ ਪੈ ਮੈਂ ਘੁੱਟ ਦਿੰਨਾ ਆ। ਲੋ ਜੀ ਇਹਨਾਂ ਘਰੋਂ ਸੱਪ ਨਿਕਲ ਆਇਆ। ਇੰਨਾ ਘਰੋਂ ਸੱਪ ਨਿਕਲ ਆਇਆ ਤੇ ਘਰੋਂ ਹੀ ਨਾ ਨਿਕਲਣ। ਯਾਰ ਇਹ ਕੀ ਬਕਵਾਸ ਆ? ਇਹ ਕਿਹੜੀ ਜੁਗਤ ਆ? ਇਹਨਾਂ ਘਰੋਂ ਸੱਪ ਨਿਕਲ ਆਇਆ ਤੇ ਟੇਪ ਕਰਕੇ ਕੱਪੜੇ ਧੋਂਦੇ ਉਹਦੇ ਨਾਲ। ਸੱਪ ਨਿਕਲ ਆਇਆ ਤੇ ਮਫਰਲ ਤਰ੍ਹਾਂ ਮੱਥੇ ਤੇ ਬੰਨਿਆ। ਤੇ ਉਹਨੂੰ ਇੱਥੋਂ ਇੰਜ ਭੇਜ ਵੀ ਦਿੱਤਾ ਤੇ ਇਧਰੋਂ ਦੀ ਸਿਰੀ ਬਾਹਰ ਆਈ ਤੇ ਇਧਰੋਂ ਪੁੱਛਦਾ ਆਈ। ਇਹਨਾਂ ਘਰੋਂ ਸੱਪ ਨਿਕਲ ਆਇਆ ਤੇ ਇਹਨੇ ਨਾਲਾ ਪਾ ਲਿਆ। ਆ ਭਾਈ ਫੁੱਲ ਦੁਖੀ। ਮੈਂ ਕਿਹਾ ਕੀ ਹੋਇਆ? ਉਹ ਕਹਿੰਦਾ ਯਾਰ ਕੁੱਤਾ ਰੱਖਿਆ ਘਰ ਦੇ, ਉਹਨੂੰ ਦੁੱਧ ਦਿੰਦੇ ਆ, ਮੈਨੂੰ ਸਵੇਰ ਦੀ ਚਾਹ ਸ਼ਾਮ ਨੂੰ ਦਿੰਦੇ ਆ। ਰਿਚ ਦਾ ਤਮਾਸ਼ਾ ਕਰਦਾ ਹੁੰਦਾ ਸੀ ਤੇ ਰਿਚ ਨੂੰ ਇੰਨਾ ਭੁੱਖਾ ਰੱਖਦਾ ਸੀ, ਇੰਨਾ ਭੁੱਖਾ ਰੱਖਦਾ ਸੀ। ਇੱਕ ਦਿਨ ਉਹਨੂੰ ਸਟੇਸ਼ਨ ਤੇ ਲੈ ਕੇ ਜਾਂਦੇ ਆ, ਉਹਨੇ ਸੰਗਲ ਖਿੱਚ ਕੇ ਇਹਨੂੰ ਟ੍ਰੇਨ ਅੱਗੇ ਸੁੱਟਤਾ। ਇਹਨਾਂ ਦੀ ਗਲੀ ਚੋਂ ਵੀ ਰਿਚ ਲੰਘਦੇ ਆ, ਇਹਨੂੰ ਵੇਖ ਕੇ ਕਹੀ ਜਾਵੇ ਹੋਰ ਸਾਜੀ।
ਅੱਛਾ ਕੋਈ ਹੋਰ ਡਾਕਟਰ ਹੁੰਦਾ ਸੀ। ਡਾਕਟਰ ਹੁੰਦਾ ਸੀ, ਇੱਕ ਮਰੀਜ਼ ਕਹਿੰਦਾ ਭਾਈ ਘਰ ਜਾ ਕੇ ਚੈੱਕ ਕਰਨ ਦੇ ਕਿੰਨੇ ਪੈਸੇ ਲੈਣੇ, ਕਹਿੰਦਾ 300 ਰੁਪਈਆ। ਉਹਨੇ ਇਹਨੂੰ 300 ਦਿੱਤਾ, ਝੁਮਰੇ ਲੈ ਗਏ। ₹750 ਕਿਰਾਇਆ ਲਾ ਕੇ ਡਾਕਟਰ ਵਾਪਸ ਆਇਆ। ਇਹ ਵੀ ਡਾਕਟਰ ਹੁੰਦਾ ਸੀਗਾ, ਇੱਕ ਬੰਦੇ ਨੇ ਇਹਨੂੰ ਆ ਕੇ ਕਿਹਾ ਸਿਰ ਦਾ ਆਪਰੇਸ਼ਨ ਕਰਾਣਾ, ਤੇ ਉਹਦੇ ਕੋਲੋਂ ਟਿੰਡ ਕਰਾ ਕੇ ਨਿਕਲ ਗਿਆ ਇਕੱਲਾ ਹੀ। ਉਹ ਡਾਕਟਰਾਂ ਵਾਲਾ ਕੋਟ ਪਾ ਕੇ ਤੇ ਬੀਮ ਭਰਤੀ ਦਾ ਕੰਮ ਕਰਨ ਦਿਆ। ਇਹਨੂੰ ਇਹਦੀ ਮਸ਼ੂਕ ਕਹਿੰਦੀ ਤੈਨੂੰ ਸਭ ਤੋਂ ਗੰਦੀ ਚੀਜ਼ ਕਿਹੜੀ ਲੱਗਦੀ, ਕਹਿੰਦਾ ਬੁੱਢੇ ਦੀ ਸੋਚ ਹੀ। ਇਹਦੀ ਮਸ਼ੂਕ ਨੇ ਇਹਨੂੰ ਪੁੱਛਿਆ ਤੈਨੂੰ ਕਾਹਦੇ ਤੋਂ ਡਰ ਲੱਗਦਾ, ਤੇ ਕਹਿੰਦਾ ਨਹਾਣ ਤੋਂ। ਇਹਨੂੰ ਇਹਦੀ ਮਸ਼ੂਕ ਕਹਿੰਦੀ ਤੈਨੂੰ ਖਾਣ ਚ ਕੀ ਪਸੰਦ ਆ, ਕਹਿੰਦਾ ਦਰਬਾਰਾਂ ਦਾ ਲੰਗਰ। ਹਾਂ ਇਹਨੂੰ ਇਹਦੀ ਮਸ਼ੂਕ ਨੇ ਪੁੱਛਿਆ ਤੈਨੂੰ ਖਾਣ ਚ ਕੀ ਪਸੰਦ ਆ, ਤੈਨੂੰ ਪਤਾ, ਕਹਿੰਦਾ ਖੇ ਸਵਾ ਹੀ ਪਸੰਦ ਆ। ਤੁਹਾਨੂੰ ਕੋਈ ਗੱਲ ਪਸੰਦ ਆ? ਭਾਈ ਦਰਜੀ ਕੋਲੋਂ ਸੂਟ ਸਵਾਣ ਗਿਆ ਤੇ ਉਹ ਕਬਰਾਂ ਵਾਲੇ ਕਾਨੇ ਨਾਲ ਨਾਪ ਲੈਂਦੇ ਆ ਇਹਦਾ। ਹਾਂ ਦਰਜੀ ਕੋ ਸੂਟ ਸਮਾਨ ਗਿਆ, ਉਹਨੂੰ ਕਹਿੰਦਾ ਤੇਰਾ ਧਿਆਨ ਨਾ ਸੀ ਵੀ ਸੂਟ ਬਹੁਤ ਮਹਿੰਗਾ, 2800 ਰੁਪਏ ਦੀ ਕੱਲੀ ਸਲਵਾਰ ਆ। ਉਹ ਖਿੱਚ ਕੇ ਅੱਗੋਂ ਕਹਿੰਦਾ ਤਾਂਬੇ ਦੀ ਸਲਵਾਰ।